ਟੋਕੀਓ 올림픽 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਵਾਪਸ ਪਰਤੇ ਪੁਰਸ਼ ਹਾਕੀ ਖਿਡਾਰੀਆਂ ਦਾ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਟੋਕੀਓ 올림픽 ਵਿੱਚ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮ ਦੀ ਮੈਂਬਰ ਗੁਰਜੀਤ ਕੌਰ ਨੂੰ ਸਨਮਾਨਿਤ ਕੀਤਾ। ਅੱਜ ਖਿਡਾਰੀਆਂ ਦੇ ਅੰਮ੍ਰਿਤਸਰ ਪਹੁੰਚਣ ਤੇ ਉਹਨਾਂ ਨੂੰ 1 ਕਰੋੜ ਰੁਪਏ ਦਾ ਚੈੱਕ ਸੌਂਪਿਆ। ਸਾਨੂੰ ਮਾਣ ਹੈ ਕਿ ਦੇਸ਼ ਦੀ ਹਾਕੀ ਨੇ ਪਹਿਲਾਂ ਵੀ ਬੱਲਾ ਮਾਰੀਆਂ ਤੇ ਅੱਜ ਵੀ 41 ਸਾਲ ਬਾਅਦ ਜੇ ਤੁਸੀਂ ਸਿਰ ਉੱਚਾ ਕੀਤਾ ਤੇ ਸਾਨੂੰ ਸ਼ਾਨ ਨਾਲ ਅੱਜ ਜਿਉਣਾ ਕਬੂਲ ਹੋਇਆ। 2024 ਫਿਰ ਹੋਣਗੀਆਂ 올림픽 ਖੇਡਾਂ। ਅੱਜ ਅਰਦਾਸ ਕਰਕੇ ਜਾਇਓ, ਧੰਨ ਗੁਰੂ ਰਾਮਦਾਸ ਦੀ ਸਿਰ ਤੇ ਹੱਥ ਰੱਖਿਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਜਦੋਂ ਹੱਥ ਧਰੇਗਾ ਤੇ ਮੈਨੂੰ ਆਸ ਹੀ ਨਹੀਂ ਵਿਸ਼ਵਾਸ ਹੈ ਕਿ ਤੁਸੀਂ ਸਾਰੀ 올림픽 ਦੇ ਵਿੱਚ ਪਹਿਲੇ ਨੰਬਰਾਂ ਵਿੱਚ ਆ ਕੇ ਇੱਥੇ ਪਹੁੰਚੋਗੇ ਤੇ ਗੁਰੂ ਪਾਤਸ਼ਾਹ ਕਿਰਪਾ ਕਰੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਕੀ ਦੇ ਵਿੱਚ ਪਹਿਲਾਂ ਹੀ ਨੈਸ਼ਨਲ ਮਾਨਤਾ ਪ੍ਰਾਪਤ ਕਰ ਚੁੱਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਔਰ ਇਸ ਗੱਲ ਦਾ ਵੀ ਮਾਣ ਹੈ ਕਿ ਅੱਜ ਜਦੋਂ ਬੱਚੇ ਸਾਡੇ ਖੜੇ ਸਨ ਸਾਹਮਣੇ ਆਪਣੀਆਂ यूनिफॉर्म पा के पूरे अपने केसा के उत्ते रुमाल चिट्टे सजा के तुहानू जियां कह रहे सन, वो इसलिए खड़े किए सन कि तुहाडे कोलों दिशा निर्देश लै सकन, तुहाडे कोलों एनर्जी लै सकन, तुहाडे कोलों ताकत लै सकन ते वो भी बच्चे जिहड़े ग्राउंड विच तुहाडे नाल जाके खेडां करके साडा श्रोमणी गुरद्वारा प्रबंधक कमेटी दा मान उच्चा कर सकन। नाम लवांगी तुहाडी वड्डी लिस्ट है, फिर भी मैं फर्ज समझदी हां कि बच्चे दा नाम जो स्टेज पर बोलिया जाए उन्होंने एनर्जी होर प्राप्त होती है तो उन्होंने सरकार होर बढ़ता है। मनप्रीत सिंह जी कैप्टन साहब, उस्ताद दिलप्रीत सिंह जी, हरमनप्रीत सिंह जी, रुपिंदर पाल सिंह जी, हार्दिक सिंह जी, गुरजट सिंह जी, वरुण कुमार जी, मनदीप सिंह जी, शमशेर सिंह जी, सिमरनजीत सिंह जी। ਟੋਕੀਓ 올림픽 ਖੇਡਾਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਪੰਜਾਬ ਦੀ ਇਕਲੌਤੀ ਹਾਕੀ ਖਿਡਾਰਨ ਗੁਰਜੀਤ ਕੌਰ ਦਾ ਅਜਨਾਲਾ ਪਹੁੰਚ ਕੇ ਵੱਖ-ਵੱਖ ਧਾਰਮਿਕ ਜਥੇਬੰਦੀਆਂ, ਰਾਜਨੀਤਿਕ ਪਾਰਟੀਆਂ ਅਤੇ ਹੋਰ ਸ਼ਖਸੀਅਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ SGPC ਵੱਲੋਂ ਵੀ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਪ੍ਰਮਾਤਮਾ ਦੀ ਨਗਰੀ 'ਚ ਆ ਕੇ ਸਾਰਿਆਂ ਨੂੰ ਵਧੀਆ ਲੱਗਦਾ ਕਿਉਂਕਿ ਪ੍ਰਮਾਤਮਾ ਸਭ ਕੁਝ ਦੇਣ ਵਾਲਾ ਆ। ਅੱਜ ਵੀ ਮੈਂ ਇੱਥੇ ਪਹੁੰਚੀ ਤਾਂ ਉਹਨਾਂ ਦੇ ਬਦੌਲਤ ਹੀ ਪਹੁੰਚੀ ਆ। ਅੱਜ ਪ੍ਰਮਾਤਮਾ ਨੇ ਮੈਨੂੰ ਇੱਥੇ ਫਿਰ ਸੱਦਿਆ, ਕੁਝ ਦੇਣ ਲਈ ਸੱਦਿਆ ਆ। ਸੋ ਮੈਂ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ। ਰਹੀ ਗੱਲ ਮੈਚ ਦੀ, ਮੈਚ ਆਪਣਾ ਹਰ ਪਲੇਅਰ ਨੇ ਆਪਣਾ 100% ਦਿੱਤਾ ਆ, ਬਟ ਉਹੀ ਗੱਲ ਹੈ ਕਿਸੇ ਦਾ ਲੱਕੀ ਡੇ ਹੁੰਦਾ ਆ ਕਿ ਉਵੇਂ ਉਹਨਾਂ ਦਾ ਸੀਗਾ। ਅਸੀਂ ਉਹ ਸਿਰਫ ਉਸ ਇੱਕ ਕਦਮ ਦੂਰ ਰਹਿ ਗਏ। ਉਸ ਚੀਜ਼ ਦਾ ਬਹੁਤ ਸਾਨੂੰ ਦੁੱਖ ਸੀਗਾ, ਬਹੁਤ ਫੀਲ ਹੋਇਆ। ਨਹੀਂ ਜੀ, ਪਹਿਲੀ ਗੱਲ ਤਾਂ ਮੈਂ ਕਲੀਅਰ ਕਰ ਦੇਣਾ ਚਾਹੁੰਦੀ ਕਿ ਮੈਨੂੰ ਬਾਹਰ ਕੱਢਿਆ ਨਹੀਂ ਗਿਆ ਸੀਗਾ। ਇੰਨੀ ਕੁ ਜ਼ਿਆਦਾ ਗਰਮੀ ਸੀਗੀ ਕਿਉਂਕਿ ਆਟੋਮੈਟਿਕਲੀ ਬੱਚਾ ਇੰਨਾ ਟਾਈਮ ਖੇਡ ਰਿਹਾ ਤਾਂ ਉਹਨੂੰ ਪਲੇਅਰ ਨੂੰ ਰੈਸਟ ਵੀ ਚਾਹੀਦੀ ਹੈ। ਜਸਟ ਮੈਂ ਕਿਉਂਕਿ ਕੰਟੀਨਿਊ ਖੇਡ ਰਹੀ ਸੀ, ਜਸਟ ਰੈਸਟ ਲੈਣ ਲਈ 2 ਮਿੰਟ ਲਈ ਗਈ ਸੀਗੀ, ਪਾਣੀ ਪੀਣ ਲਈ। ਮੈਨੂੰ ਕਿਸੇ ਨੇ ਬਾਹਰ ਨਹੀਂ ਕੱਢਿਆ ਗਿਆ ਸੀਗਾ ਔਰ ਹਰ ਮੀਡੀਆ 'ਚ ਬੋਲਿਆ ਜਾ ਰਿਹਾ ਕਿ ਮੈਨੂੰ ਬਾਹਰ ਕੱਢਿਆ ਗਿਆ। ਸੌਰੀ, ਮੈਨੂੰ ਕਿਸੇ ਨੇ ਬਾਹਰ ਨਹੀਂ ਕੱਢਿਆ ਸੀ। ਜਸਟ ਮੈਂ ਆਪਣੀ ਰੈਸਟ ਵਾਸਤੇ ਗਈ ਸੀਗੀ, ਵਾਪਸ ਦੁਬਾਰਾ ਉਨੀ ਹੀ એનર્ਜੀ 'ਚ ਵਾਪਸ ਦੁਬਾਰਾ ਖੇਡਣ ਲਈ। ਥੈਂਕ ਯੂ। ਗੁਰਜੀਤ ਜੀ, ਅੱਜ ਸ਼੍ਰੋਮਣੀ ਗੁਰਦੁਆਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਕਰੀਬ 1 ਘੰਟੇ ਤੱਕ ਚੱਲੀ ਇਸ ਬੈਠਕ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਰਾਵਤ ਵੀ ਮੌਜੂਦ ਰਹੇ। ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਮੰਤਰੀ ਮੰਡਲ ਫੇਰਬਦਲ ਤੇ ਵੀ ਚਰਚਾ ਕੀਤੀ। ਹਾਲਾਂਕਿ ਹਰੀਸ਼ ਰਾਵਤ ਨੇ ਫੇਰਬਦਲ ਦੀ ਗੱਲ ਨੂੰ ਨਕਾਰਿਆ ਹੈ। कैप्टन साहब को पिछली बार जब हमारी उनसे बातचीत हुई थी तो कुछ पॉइंट्स दिए गए थे और उन्होंने बताया कि कहाँ हमने क्या क्या कदम उठाए हैं, क्या कठिनाइयाँ हैं और किन किन मामलों में हमने एक्शन इनिशिएट कर दिया है। क्योंकि इलेक्शन गोइंग स्टेज है और हम गवर्नमेंट में हैं तो कांग्रेस प्रेसिडेंट नेचुरली चीज़ों को मॉनिटर करना चाहेंगे कि जो चीज़ें आई हैं वो कैसे टैकल हो रही हैं। और उन्होंने जो कुछ बताया कांग्रेस प्रेसिडेंट उससे संतुष्ट हैं। हाँ, उन्होंने जो कदम उठाए हैं उन्होंने कहा ठीक है, ऑल राइट। और लगातार अभी भी निशाना साध रहे हैं, फिर ट्वीट करके ये भी उन्होंने कुछ संगठनात्मक बातें कही और मैं
समझता हूँ उन्होंने कांग्रेस प्रेसिडेंट ने एडवाइस किया है कि गवर्नमेंट और संगठन दोनों को साथ साथ चलना पड़ेगा और दोनों को अपनी अपनी सीमाओं के अंदर काम करते हुए एक दूसरे के साथ कॉपरेट करना। और उस मामले में उन्होंने मुझसे भी कहा भाई ये तुम्हारी ड्यूटी है कि दोनों अपनी अपनी सीमाओं के अंदर रहते हुए एक दूसरे के साथ कॉपरेट करें। कैबिनेट रिशफल की ऐसी कोई बात नहीं हुई, लेकिन चीफ मिनिस्टर ने कुछ जो वर्किंग डिफिकल्टीज आ रही हैं और कहीं जो बैलेंस की कमी है, जैसे वाल्मीकि नहीं है गवर्नमेंट में, वो बातें कांग्रेस प्रेसिडेंट को बताई। कांग्रेस प्रेसिडेंट ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਸੰਸਦ ਵਿੱਚ ਪੇਸ਼ ਹੋਏ ਪਛੜੀਆਂ ਸ਼੍ਰੇਣੀਆਂ ਬਾਰੇ ਸੰਵਿਧਾਨਕ ਸੋਧ ਬਿੱਲ 2021 ਦੀ ਹਮਾਇਤ ਕੀਤੀ। ਭਾਰਤ ਸਰਕਾਰ ਜਦ ਵੀ ਦਲਿਤਾਂ ਦੇ ਹੱਕਾਂ ਲਈ ਅਜਿਹਾ ਕਾਨੂੰਨ ਲਿਆਏਗੀ ਅਸੀਂ ਸਮਰਥਨ ਕਰਾਂਗੇ, ਪਰ ਨਾਲ ਹੀ ਕੇਂਦਰ ਸਰਕਾਰ ਨੂੰ ਸਪਸ਼ਟ ਕੀਤਾ ਹੈ ਕਿ ਖੇਤੀ ਪ੍ਰਧਾਨ ਦੇਸ਼ ਹੋਣ ਦੇ ਨਾਤੇ ਭਾਰਤ ਦਾ ਖਾਸ ਕਰਕੇ ਪੰਜਾਬ ਦਾ 90% ਪਛੜਿਆ ਵਰਗ OBC ਖੇਤੀਬਾੜੀ ਤੇ ਨਿਰਭਰ ਹੈ। सभापति जी 127वें संविधान सोध ਦੀ ਜਿਹੜੇ ਅੱਜ ਚਰਚਾ ਚੱਲ ਰਹੀ ਹੈ ਬਿੱਲ ਤੇ ਮੈਂ ਇਹਦੇ ਸਮਰਥਨ ਦੇ ਵਿੱਚ ਖੜਾ ਹੋਇਆ। ਜਦੋਂ ਵੀ ਕੋਈ ਇਹੋ ਜਿਹਾ ਬਿੱਲ ਇਹੋ ਜਿਹਾ ਕਾਨੂੰਨ ਭਾਰਤ ਦੀ ਸਰਕਾਰ ਲੈ ਕੇ ਆਊ ਜਿਹਦੇ ਨਾਲ ਗਰੀਬਾਂ ਦਾ ਦਬੇ ਕੁਚਲਿਆਂ ਦਾ ਆਮ ਲੋਕਾਂ ਦਾ ਭਲਾ ਹੁੰਦਾ ਹੋਵੇ, ਆਮ ਆਦਮੀ ਪਾਰਟੀ ਹਮੇਸ਼ਾ ਨਾਲ ਖੜੂਗੀ। ਅਸੀਂ ਸਿਰਫ ਵਿਰੋਧ ਕਰਨ ਵਾਸਤੇ ਵਿਰੋਧ ਨਹੀਂ ਕਰਦੇ। ਜੇ ਕੋਈ ਚੰਗਾ ਕੰਮ ਕਰੂਗੀ ਸਰਕਾਰ ਤਾਂ ਅਸੀਂ ਆਪਣਾ ਪੁਆਇੰਟ ਜ਼ਰੂਰ ਰੱਖਾਂਗੇ। ਮੇਰੇ 1-2 ਪੁਆਇੰਟ ਨੇ ਸਰ। ਆਜ਼ਾਦੀ ਤਾਂ ਮਿਲ ਗਈ, 15 ਅਗਸਤ ਨੂੰ 74ਵੀਂ ਵਰ੍ਹੇਗੰਢ ਮਨਾਵਾਂਗੇ, ਪਰ ਹਜੇ ਤੱਕ ਸਾਨੂੰ ਮਾਨਸਿਕ ਆਜ਼ਾਦੀ, ਹਜੇ ਤੱਕ ਸਾਡੇ ਲੋਕਾਂ ਨੂੰ ਆਰਥਿਕ ਆਜ਼ਾਦੀ, ਵਿਦਿਅਕ ਆਜ਼ਾਦੀ ਨਹੀਂ ਮਿਲੀ। ਜੇ ਆਜ਼ਾਦੀ ਸੱਚੀ ਮੁੱਚੀ ਮਿਲੀ ਹੁੰਦੀ ਤਾਂ ਸਰਕਾਰੀ ਸਕੂਲਾਂ 'ਚੋਂ ਗਰੀਬਾਂ ਦੇ ਬੱਚੇ ਪੜ੍ਹ ਕੇ DC ਬਣ ਜਾਂਦੇ, ਅਫਸਰ ਲੱਗ ਜਾਂਦੇ। ਜੇ ਆਜ਼ਾਦੀ ਸੱਚੀ ਮੁੱਚੀ ਮਿਲੀ ਹੁੰਦੀ ਤਾਂ ਕੋਰਟਾਂ ਕਚਹਿਰੀਆਂ 'ਚ ਥਾਣਿਆਂ 'ਚ ਬਿਨਾਂ ਕਰਪਸ਼ਨ ਤੋਂ ਤੇ ਬਿਨਾਂ ਕਿਤੇ ਸਿਫਾਰਸ਼ਾਂ ਤੋਂ ਕੰਮ ਹੁੰਦੇ। ਸਰ OBC ਦੀ ਜੋ ਗੱਲ ਹੈ, ਪੰਜਾਬ ਦੀ ਜੇ ਮੈਂ ਗੱਲ ਕਰਾਂ ਤਾਂ 90% ਪੰਜਾਬ ਦੀ ਜਿਹੜੀ OBC ਸਮਾਜ ਹੈ ਉਹ ਕਿਤੇ ਨਾ ਕਿਤੇ ਖੇਤੀ ਦੇ ਕਿੱਤਿਆਂ ਨਾਲ ਤੇ ਖੇਤੀ ਦੇ ਧੰਦਿਆਂ ਨਾਲ ਜੁੜੀ ਹੋਈ ਹੈ। ਮੈਂ ਐਗਜ਼ਾਮਪਲ ਦੇ ਦਿੰਦਾ, ਬਹੁਤ ਸਾਰੇ ਸਾਡੇ MP ਜਾਣਦੇ ਵੀ ਹੋਣਗੇ, ਨਾਭਾ ਦੇ ਵਿੱਚ ਜਿਹੜੀ ਹੈ ਟਰੈਕਟਰ ਇੰਡਸਟਰੀ ਹੈ, ਕੰਬਾਈਨ ਇੰਡਸਟਰੀ ਹੈ, ਪ੍ਰੀਤ ਟਰੈਕਟਰ ਹੈ, ਦਸ਼ਮੇਸ਼ ਕੰਬਾਈਨ, ਬਲਕਾਰ ਕੰਬਾਈਨ, ਸੋਨਾਲੀਕਾ, ਸਟੈਂਡਰਡ, ਬਹੁਤ ਸਾਰੀ ਰਾਮਗੜੀਆ ਬਰਾਦਰੀ ਜੋ ਹੈ ਉਹ ਐਸੀ ਇੰਨੀ ਕਾਬਿਲ ਹੈ ਕਿ ਉਹ ਬਹੁਤ ਸਾਰੇ ਹਜ਼ਾਰਾਂ ਲੋਕਾਂ ਨੂੰ ਕੰਮ ਦਿੰਦੇ ਹੈ। ਪਰ ਸਰ ਜੇ ਕਿਤੇ ਜਿਸ ਤਰੀਕੇ ਨਾਲ ਉਹ ਕਿਉਂਕਿ ਖੇਤੀ ਨਾਲ ਜੁੜੇ ਹੋਏ ਹੈ, ਇੱਥੇ ਕੱਲਾ ਜਿਹੜੇ ਬਾਰਡਰਾਂ ਤੇ ਬੈਠੇ ਆ ਕਿਸਾਨ, ਉਹ 'ਚ ਇਕੱਲੇ ਕਿਸਾਨ ਨਹੀਂ, ਉਹ 'ਚ ਸਾਰੇ ਵਰਗਾਂ ਦੇ ਲੋਕ ਹੈ। ਜੇ ਖੇਤੀ ਦੇ ਕਾਨੂੰਨ ਲਾਗੂ ਹੋ ਗਏ ਤਾਂ ਸਰ ਉਹ ਵੀ ਵਿੱਚ ਹੀ ਮਾਰੇ ਜਾਣਗੇ। ਇਸ ਕਰਕੇ ਮੈਂ ਕਹਿਣਾ ਸਪਰੇਅ ਪੱਤਿਆਂ ਤੇ ਕਰ ਰਹੇ ਹੋ, ਸਿਉਂਕ ਜੜਾਂ ਦੇ ਵਿੱਚ ਹੈ। ਖੇਤੀ ਕਾਨੂੰਨ ਵਾਪਸ ਲਓ ਤਾਂ ਅਸਲੀ OBC ਨੂੰ ਖੁਸ਼ੀ ਮਿਲੂਗੀ। ਦੋਵਾਂ ਸਦਨਾਂ ਦੇ ਵਿੱਚ ਵਿਰੋਧੀ ਧਿਰਾਂ ਦੇ ਪ੍ਰਦਰਸ਼ਨ ਨੇ ਸੱਤਾ ਧਿਰ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਲੰਘੇ ਦਿਨੀ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਦਨ ਵਿੱਚ ਖੂਬ ਹੰਗਾਮਾ ਕੀਤਾ, ਜਿਸ ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਬਹੁਤ ਔਖੇ ਵਿਖਾਈ ਦਿੱਤੇ। ਉਹਨਾਂ ਕਿਹਾ ਕਿ ਸਦਨ ਵਿੱਚ ਜੋ ਹੋਇਆ 26 जनवरी ਤੋਂ ਘੱਟ नहीं सी। अपना 2 वर्ष तक अध्यक्ष न चुन पाए, जिस पार्टी के सांसद अपनी ही सरकार के बिल फाड़ दें, जो पार्टी सदन ना चलने दे, जो सड़क पर भी कोई करने से शर्म महसूस करे वैसा काम सदन में करे, तो आप समझ सकते हैं कि लोकतंत्र को कितना शर्मसार करने का काम किया जा रहा है। देश की जनता ने जिन्हें सांसद बनाकर भेजा है अपने मुद्दे उठाने के लिए, वो चर्चा में भाग ना लेकर चीर फाड़ करने तक आए हैं, फाइलें फेंकने तक आए हैं। करोड़ों रुपए सदन के चलने के ऊपर खर्च किए जाते हैं और जब चर्चा होती है तो उसमें भाग ना लेना ये अपने आप में दिखाता है कि क्या कर रहे हैं। कल जो हुआ वो एक के बाद दूसरी घटना शर्मसार करने वाली थी। पहले मंत्री जी का बयान फाड़ देना एक दिन, और फिर कल टेबल पर चढ़ के पीठ के ऊपर यानी कि राज्यसभा के अध्यक्ष की चेयर के ऊपर वो फाइल फेंक देना अपने आप में शर्मसार करने वाला है। और कोई इसमें गर्व महसूस करता है
वो मुझे कई बार लगता है जैसा 26 जनवरी को हुआ, जहां एक और उससे शर्मसार हुए, वहीं पर इस तरह की घटनाओं को बार बार कहीं ना कहीं अंजाम दिया जाता है। ਸੰਸਦ ਦੇ ਮੌਨਸੂਨ ਸੈਸ਼ਨ ਲਈ ਲੋਕ ਸਭਾ ਦੀ ਬੈਠਕ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਪੈਗਾਸਸ ਜਾਸੂਸੀ ਮਾਮਲਾ, 3 ਕੇਂਦਰੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਸਮੇਤ ਹੋਰ ਮੁੱਦਿਆਂ ਤੇ ਵਿਰੋਧੀ ਧਿਰ ਦੇ ਰੋਲੇ ਰੱਪੇ ਕਾਰਨ ਪੂਰੇ ਸੈਸ਼ਨ ਵਿੱਚ ਸਦਨ ਵਿੱਚ ਕੰਮਕਾਜ ਰੁਕਾਵਟ ਭਰਿਆ ਰਿਹਾ ਅਤੇ ਸਿਰਫ 22% ਕੰਮ ਹੀ ਹੋ ਸਕਿਆ। माननीय सदस्यगण, आज 7वीं लोकसभा का छठा सत्र समाप्त हो रहा है। यह सत्र 19 जुलाई 2021 को प्रारंभ हुआ था। इस सत्र में सदन का कामकाज अपेक्षा के अनुरूप नहीं रहा। निरंतर गतिरोध के कारण इस सत्र में सदन की कुल 17 बैठकों में मात्र 21 घंटे 14 मिनट तक का कार्य संपादित किया गया। व्यवधान के कारण बैठक के लिए नियत 96 घंटे में से 74 घंटे 46 मिनट तक सदन में कामकाज नहीं हो सका। इसके कारण इस सत्र में सदन का कार्य निष्पादन मात्र 22% रहा। सत्र के प्रारंभ में लोकसभा के 4 सदस्यों ने 19 जुलाई 2021 को सदस्यता की शपथ ली। सत्र के दौरान सदन में कुछ महत्वपूर्ण वित्तीय और विधायी कार्य का निष्पादन किया गया। इस सत्र के दौरान 15-17 विधेयक पुनर्स्थापित किए गए। संविधान 127वां संशोधन विधेयक 2021 सहित 20 महत्वपूर्ण विधेयक पारित किए गए। सत्र के दौरान निरंतर व्यवधान के बावजूद प्रश्नकाल में 66 तारांकित प्रश्नों के उत्तर दिए गए। माननीय सदस्यों ने नियम 307 के अधीन कुल 331 मामले उठाए। स्थायी समितियों तथा सभा में 60 प्रतिवेदन प्रस्तुत किए गए। माननीय मंत्रियों द्वारा विभिन्न महत्वपूर्ण विषयों पर कुल 22 वक्तव्य दिए गए। संसदीय कार्य मंत्री द्वारा सरकारी कार्य के संबंध में 3 वक्तव्य भी दिए गए। सत्र के दौरान संबंधित मंत्रियों द्वारा 1243 पत्र सभा पटल पर रखे गए। मैं सभा की कार्रवाई को पूरा करने में सभापति तालिका में शामिल सभी माननीय साथियों का उनके योगदान के लिए आभार व्यक्त करता हूं। मैं माननीय प्रधानमंत्री, संसदीय कार्य मंत्री, सभी दलों के माननीय नेताओं और माननीय सदस्यों के प्रति आभार व्यक्त करता हूं। मैं इस अवसर पर सभा को प्रदान की समर्पित और त्वरित सेवा के लिए महासचिव